करते ने जो भी मंगा मैनू सरकार अता कर देने। हर इज्जतां दा सदा ओनां दे गल विच रहना, हर इज्जतां दा सदा ओनां दे गल विच रहना। ओना खुशबख्तां दा ना मर के भी जिंदा रहना, जेड़े आका दी सना करदे ने जो भी मंगा मैनू सरकार अता कर देने। जो भी मंगा मैनू सरकार अता। बिस्मिल्लाहिर्रहमानिर्रहीम। अस्सलाम वालेकुम दोस्तों और बुजुर्गों नाज़रीन, ਤੁਹਾਡੇ ਸਾਹਮਣੇ ਅਗਲੀ ਵੀਡੀਓ ਦੇ ਨਾਲ ਹਾਜ਼ਰ ਹਾਂ। ਅਸੀਂ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਇਹ ਵੈਸੇ ਤਾਂ ਕਿਸੇ ਤਾਰਫ ਦਾ ਮਹਤਾਜ ਨਹੀਂ ਹੈਗਾ, ਲੇਕਿਨ ਫਿਰ ਵੀ ਹਰ ਚੀਜ਼ ਦਾ ਤਾਰਫ, ਹਰ ਚੀਜ਼ ਦੀ ਸ਼ਨਾਖਤ ਜਿਹੜੀ ਉਹ ਕਰਵਾਉਣੀ ਜਿਹੜੀ ਉਹ ਤਾਂ ਸਾਡਾ ਫਰਜ਼ ਹੈਗਾ। ਲਿਹਾਜ਼ਾ ਤੁਸੀਂ ਦੇਖ ਰਹੇ ਹੋ ਇਹ ਹੈ ਅਬਰੇਸ਼ਮ। ਇਹਨੂੰ ਅਰਬੀ 'ਚ ਹਰੀਰ ਵੀ ਕਿਹਾ ਜਾਂਦਾ ਹੈ ਔਰ ਹੋਰ ਇਹਨੂੰ ਮੁਖਤਲਿਫ ਨਾਮਾਂ ਤੋਂ ਪੁਕਾਰਿਆ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਹਨੂੰ ਸਿਲਕ ਕਿਹਾ ਜਾਂਦਾ ਹੈ। ਯਾਨੀ ਕਿ ਅੱਲਾਹ ਤਾਲਾ ਦੀ ਕੁਦਰਤ ਹੈਗੀ, ਇਹਦੇ ਵਿੱਚ ਕੀੜਾ ਹੁੰਦਾ ਹੈ। ਉਹ ਇੱਕ ਕੀੜਾ ਇਸ ਕਿਸਮ ਦਾ ਹੁੰਦਾ ਹੈ ਕਿ ਉਹ ਇਹ ਜਿਹੜਾ ਰੇਸ਼ਮ ਬਣਦਾ ਹੈ ਉਹ ਆਪਣੇ ਕੀੜਾ ਰੇਸ਼ਮ ਬਣਾਉਂਦਾ ਹੈ, ਉਹ ਬਣਾ ਕੇ ਤੇ ਆਪਣੇ ਉੱਤੇ ਲਪੇਟੀ ਜਾਂਦਾ ਹੈ ਔਰ ਇਸ ਦੇ ਅੰਦਰ ਆਣ ਕੇ ਉਹ ਖੁਦ ਆਪਣੇ ਆਪ ਨੂੰ ਅੰਦਰ ਕਰਕੇ ਤੇ ਮਰ ਜਾਂਦਾ। ਅੱਲਾਹ ਤਾਲਾ ਦੀ ਸ਼ਾਨ ਹੈ ਵੇਖੋ। ਲੇਕਿਨ ਇਹ ਰੇਸ਼ਮ ਉਹ ਚੀਜ਼ ਹੈ ਕਿ ਜਿਹੜਾ ਇਹਦੇ ਨਾਲ ਬਹੁਤ ਜ਼ਿਆਦਾ ਅੱਛੀ ਕਿਸਮ ਦੇ ਕੱਪੜੇ ਵੀ ਬੁਣੇ ਜਾਂਦੇ ਨੇ ਔਰ ਬੜੇ ਆਲਾ ਕਿਸਮ ਦੇ ਇਹ ਇਸਤੇਮਾਲ ਹੁੰਦਾ ਹੈ। ਔਰ ਇਹ ਜ਼ਿਆਦਾਤਰ ਸ਼ਹਿਤੂਤ ਦੇ ਪੱਤਿਆਂ ਦੇ ਜਿਹੜਾ ਨਾ ਉਹਨਾਂ ਤੋਂ ਇਹ ਰੇਸ਼ਮ ਤਿਆਰ ਕੀਤਾ ਜਾਂਦਾ। ਯਾਨੀ ਕਿ ਉਹ ਕੀੜਾ ਜਿਹੜਾ ਹੁੰਦਾ ਉਹਦੀ ਸਭ ਤੋਂ ਜਿਹੜੀ ਕਿ ਉਹਦੀ ਖੁਰਾਕ ਜਿਹੜੀ ਹੁੰਦੀ ਹੈ ਉਹ ਤੂਤ ਦੇ ਪੱਤੇ ਹੁੰਦੇ ਨੇ ਔਰ ਉਹ ਤੂਤ ਦੇ ਪੱਤਿਆਂ ਨੂੰ ਖਾ ਕੇ ਤੇ ਉਹਦਾ ਲੁਆਬ ਬਣਾਉਂਦਾ ਹੈ। ਉਹ ਲੁਆਬ ਬਣਾ ਕੇ ਤੇ ਉਹ ਉਹਨੂੰ ਉਹਦਾ ਆਪਣਾ ਘਰ ਬਣਾਉਂਦਾ ਹੈ ਤੇ ਉਹ ਯਾਨੀ ਕਿ ਇਹ ਉਹਦਾ ਕੀੜੇ ਦਾ ਘਰ ਹੁੰਦਾ ਹੈ। ਉਹ ਇਸੇ ਘਰ ਦੇ ਵਿੱਚ ਆਪਣੇ ਆਪ ਨੂੰ ਲਪੇਟ ਲੈਂਦਾ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ। ਔਰ ਉਸੇ ਚੀਜ਼ ਨੂੰ ਫਿਰ ਅਬਰੇਸ਼ਮ ਕਿਹਾ ਜਾਂਦਾ ਹੈ, ਜਿਹੜਾ ਕਿ ਉਹ ਕੀੜੇ ਦਾ ਘਰ ਹੁੰਦਾ ਹੈ। ਔਰ ਇਹ ਅਬਰੇਸ਼ਮ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲੇ ਕਿ ਬਹੁਤ ਜ਼ਿਆਦਾ ਅੱਛੀ ਚੀਜ਼ ਹੈ, ਬੜੀ ਆਲਾ ਬੜੀ ਅੱਛੀ ਕਿਸਮ ਦੀ ਚੀਜ਼ ਹੈ। ਇਹ ਦਵਾਈਆਂ ਦੇ ਵਿੱਚ ਵੀ ਇਸਤੇਮਾਲ ਹੁੰਦੀ ਹੈ ਔਰ ਇਹਨੂੰ ਦਵਾਈਆਂ ਦੀ ਵਿੱਚ ਇਸਤੇਮਾਲ ਕਰਨ ਵਾਸਤੇ ਇਹਦਾ ਜਿਹੜਾ ਤਰੀਕਾਕਾਰ ਹੈ ਇਹਨੂੰ ਕੱਟਿਆ ਜਾਏਗਾ। ਉਹ ਮੈਂ ਤੁਹਾਨੂੰ ਜਿਹੜੀ ਕਿ ਇਹਨੂੰ ਅਗਲੇ ਨੁਕਸੇ ਦੇ ਵਿੱਚ ਅਸੀਂ ਸ਼ਾਮਲ ਕਰਾਂਗੇ, ਜਿਹੜਾ ਕਿ ਸਾਡਾ ਬਹੁਤ ਹੀ ਆਲਾ ਕਿਸਮ ਦਾ ਨੁਕਸਾ ਹੈ, ਜਿਹੜਾ ਕਿ ਕਈਆਂ ਨੂੰ ਬੀਬੀਆਂ ਨੂੰ ਦੋਸਤਾਂ ਨੂੰ ਕਈਆਂ ਨੂੰ ਅੱਲਾ ਮਾਫ ਕਰੇ ਸਾਂਸ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਦੇ ਨਾਲ ਫਿਰ ਪੰਪ ਲੱਗ ਜਾਂਦਾ ਹੈ। ਇਨਹੇਲਰ ਜਿਹੜਾ ਕਿ ਪੰਪ ਹੁੰਦਾ ਹੈ, ਜਿਹੜਾ ਪੰਪ ਲਿਆ ਜਾਵੇ ਤੇ ਜਿਹਦੇ ਨਾਲ ਸਾਹ ਦੀ ਆਸਾਨੀ ਹੁੰਦੀ ਹੈ, ਉਹ ਅਸੀਂ ਨੁਕਸਾ ਬਣਾ ਰਹੇ ਹਾਂ ਕਿ ਜਿਹਦੇ ਨਾਲ ਇਨਸ਼ਾਅੱਲਾ ਪੰਪ ਵਗੈਰਾ ਠੀਕ ਹੋ ਜਾਏਗਾ। ਲਿਹਾਜ਼ਾ ਇਹਨੂੰ ਜਦੋਂ ਅਸੀਂ ਦਵਾਈ 'ਚ ਇਸਤੇਮਾਲ ਕਰਨਾ ਹੈ ਫਿਰ ਇਸਨੂੰ ਕੱਟ ਕੇ ਇਹਦੇ ਵਿੱਚੋਂ ਕੀੜਾ ਕੱਢਿਆ ਜਾਂਦਾ ਹੈ, ਉਹ ਅਲੱਗਾ ਕੀਤਾ ਜਾਂਦਾ ਹੈ, ਸਾਫ਼ ਕਰਕੇ ਫਿਰ ਇਹਨੂੰ ਦਵਾਈ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇਹ ਜਦੋਂ ਮਸ਼ੀਨਾਂ ਦੇ ਨਾਲ ਇਹਦਾ ਧਾਗਾ ਬਣਾਇਆ ਜਾਂਦਾ ਉਹ ਇਹ ਚੀਜ਼ ਇਹ ਜਿਹੜਾ ਰੇਸ਼ਮ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਇਸੇ ਤਰ੍ਹਾਂ ਇਹਨੂੰ ਜਦੋਂ ਬਲ ਦੇ ਕੇ ਤੇ ਵੱਟ ਚੜਾ ਕੇ ਤੇ ਬਣਾਇਆ ਜਾਂਦਾ ਹੈ। ਔਰ ਇਹ ਜਿਹੜਾ ਅਗਾ ਇਹਦਾ ਇਸਤੇਮਾਲ ਹੈ, ਇਹਦੇ ਫਾਇਦੇ ਨੇ ਤੁਹਾਨੂੰ ਉਹ ਦੱਸ ਰਹੇ ਹਾਂ ਕਿ ਇਹ ਇਸੇ ਤਰ੍ਹਾਂ ਹੀ ਦਵਾਈਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਔਰ ਇਹ ਬੜੀ ਅੱਛੀ ਕਿਸਮ ਦੀ ਚੀਜ਼ ਹੁੰਦੀ ਹੈ। ਇਹ ਦੋ ਕਿਸਮ ਦਾ ਹੁੰਦਾ ਹੈ, ਇੱਕ ਸਫੈਦ ਵੀ ਹੁੰਦਾ ਹੈ, ਇੱਕ ਜ਼ਰਦ ਵੀ ਹੁੰਦਾ ਹੈ। ਜਿਹੜਾ ਤੁਹਾਡੇ ਸਾਹਮਣੇ ਹੈਗਾ ਇਹ ਸਫੈਦ ਹੈਗਾ ਔਰ ਵੈਸੇ ਇਹਦਾ ਕੋਈ ਖਾਸ ਜ਼ਾਇਕਾ ਨਹੀਂ ਹੁੰਦਾ, ਫਿੱਕਾ ਜ਼ਾਇਕਾ ਹੁੰਦਾ ਹੈ ਔਰ ਹਲਕੀ ਜਿਹੀ ਇਹਦੇ ਇਸਤੇਮਾਲ ਹੁੰਦੀ ਹੈ। ਮਜ਼ਾਜ ਇਹਦਾ ਜਿਹੜਾ ਤਸੀਰ ਜਿਹੜੀ ਹੁੰਦੀ ਹੈ ਉਹ ਗੌਜ਼ਬਾਨ ਦੀ ਤਰ੍ਹਾਂ ਹੈ, ਯਾਨੀ ਕਿ ਮੁਤਦਿਲ ਹੈਗੀ ਹੈ, ਦਿਲ ਨੂੰ ਸਕੂਨ ਦੇਣ ਵਾਲੀ ਚੀਜ਼ ਹੈ। ਔਰ ਇਸ ਦਾ ਇਸਤੇਮਾਲ ਜਿਹੜਾ ਹੈ ਇਕੱਲੇ ਦਾ ਬਹੁਤ ਘੱਟ ਇਸਤੇਮਾਲ ਹੁੰਦਾ ਹੈ। ਅਗਰ ਕੀਤਾ ਵੀ ਜਾਵੇ ਤਾਂ ਉਹ ਖਾਂਸੀ ਨਜ਼ਰੇ ਜ਼ੁਕਾਮ ਵਾਸਤੇ ਗਲੀਜ਼ ਬਲਗਮ ਜਿਹੜੀ ਹੈ ਉਹਨੂੰ ਉਹ ਨਜ਼ੂਲ ਕਰਦਾ ਹੈ, ਯਾਨੀ ਕਿ ਉਹਨੂੰ ਖਾਰਿਜ ਕਰਦਾ ਹੈ। ਉਹਦੇ ਵਾਸਤੇ ਬੜੀ ਹੀ ਆਲਾ ਕਿਸਮ ਦੀ ਚੀਜ਼ ਹੈ। ਅਗਰ ਇਹਨੂੰ ਗੌਜ਼ਬਾਨ ਲਓ ਕੇ ਸਪਸਤਾਨ ਦੇ ਨਾਲ ਮਿਲਾ ਕੇ ਨਿਸ਼ਾਨਾ ਬਣਾ ਕੇ ਇਸਤੇਮਾਲ ਕੀਤਾ ਜਾਵੇ ਤਾਂ ਉਹ ਵੀ ਬੜਾ ਹੀ ਅੱਛਾ ਤੇ ਬੜਾ ਆਲਾ ਕਿਸਮ ਦਾ ਹੈ ਔਰ ਹਰ ਕਿਸਮ ਦੀ ਖਾਂਸੀ ਵਾਸਤੇ ਬਹੁਤ ਮੁਫੀਦ ਹੈ। ਔਰ ਅਬਰੇਸ਼ਮ ਜਿਹੜਾ ਹੈ ਇਹ ਮਾਜੂਨਾਂ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ
ਵੈਸੇ ਤਾਂ ਖਮੀਰਾ ਅਬਰੇਸ਼ਮ ਇੱਕ ਬੜਾ ਆਲਾ ਕਿਸਮ ਦਾ ਖਮੀਰਾ ਆਉਂਦਾ ਹੈ, ਜਿਸ ਦੇ ਵਿੱਚ ਖਮੀਰਾ ਅਬਰੇਸ਼ਮ ਵੀ ਆਉਂਦਾ ਹੈ ਔਰ ਖਮੀਰਾ ਅਬਰੇਸ਼ਮ ਹਕੀਮ ਅਰਸ਼ਦ ਦਾ ਫਾਰਮੂਲੇ ਦੇ ਨਾਂ ਤੇ ਆਉਂਦਾ ਹੈ। ਬਹੁਤ ਹੀ ਆਲਾ ਕਿਸਮ ਦਾ ਹੈ ਔਰ ਇਸ ਨੂੰ ਬਹੁਤ ਜ਼ਿਆਦਾ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਮਜੂਨਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਕਹਿੰਦੇ ਨੇ ਕਿ ਅਗਰ ਇਹਨੂੰ ਕੱਟ ਕੇ ਸਾਫ਼ ਕਰਕੇ ਇਹਦਾ ਪਾਊਡਰ ਬਣਾ ਕੇ ਇਹਦੇ ਚਿਹਰੇ ਦੇ ਵਾਸਤੇ ਇੱਕ ਰੰਗ ਨੂੰ ਨਿਖਾਰਨ ਵਾਸਤੇ ਜਿਹੜਾ ਚਿਹਰੇ ਤੇ ਮਾਸਕ ਬਣਾਇਆ ਜਾਂਦਾ ਹੈ, ਉੱਥੇ ਵੀ ਬਿਹਤਰੀਨ ਕੰਮ ਦਿੰਦਾ ਹੈ, ਬਿਹਤਰੀਨ ਫਾਇਦਾ ਦਿੰਦਾ ਹੈ। ਤੇ ਇਹਨੂੰ ਬਤੌਰੇ ਯਾਨੀ ਕਿ ਅਗਰ ਇਹਨੂੰ ਇੰਨਾ ਕੋਈ ਜ਼ਿਆਦਾ ਬਾਰੀਕ ਪੀਸ ਕੇ ਤੇ ਅਗਰ ਇਹਨੂੰ ਸੁਰਮੇ ਦੇ ਵਿੱਚ ਇਹਨੂੰ ਕਿਸੇ ਤਰੀਕੇ ਨਾਲ ਜਿਹੜਾ ਨਾ ਇਸਤੇਮਾਲ ਕੀਤਾ ਜਾਵੇ, ਉਹ ਅੱਖਾਂ ਦੀ ਬਸਾਰਤ ਵਾਸਤੇ ਵੀ ਬਿਹਤਰ ਫਾਇਦਾ ਹੁੰਦਾ ਹੈ। ਔਰ ਇਹਦਾ ਜਿਹੜਾ ਕਿ ਸਹੀ ਇਸ ਚੀਜ਼ ਦਾ ਕੱਪੜਾ ਬਣਾਇਆ ਜਾਂਦਾ ਹੈ, ਉਹ ਸਿਆਣਿਆਂ ਦਾ ਕਹਿਣਾ ਹੈ ਕਿ ਇਸ ਦੇ ਕੱਪੜੇ ਦੇ ਵਿੱਚ ਇੱਕ ਇੰਨੀ ਵੱਡੀ ਖਾਸੀਅਤ ਹੈ, ਇੰਨਾ ਵੱਡਾ ਫਾਇਦਾ ਹੈ ਕਿ ਇਸ ਕੱਪੜੇ ਦੇ ਬਣੇ ਹੋਏ ਕੱਪੜੇ ਦੇ ਵਿੱਚ ਜੂਆਂ ਨਹੀਂ ਪੈਂਦੀਆਂ। ਔਰ ਇਸ ਦਾ ਜਿਹੜਾ ਇਸਤੇਮਾਲ ਹੈ, ਦੇਖੋ ਅੱਲਾਹ ਤਾਲਾ ਦੀ ਸ਼ਾਨ ਹੈ ਨਾ ਕਿ ਇਸ ਦੇ ਇਸਤੇਮਾਲ ਯਾਨੀ ਕਿ ਇਹਦੇ ਕੱਪੜੇ ਬਣੇ ਹੋਏ ਦੇ ਵਿੱਚ ਜੂਆਂ ਨਹੀਂ ਪੈਂਦੀਆਂ। ਫਿਰ ਇਹਦੀ ਵਿੱਚ ਇਹ ਤਬੀਅਤ ਇਹਦਾ ਇਸਤੇਮਾਲ ਜਿਹੜਾ ਨਾ ਉਹ ਤਬੀਅਤ ਦੇ ਵਿੱਚ ਬੜੀ ਇੱਕ ਨਜ਼ਾਕਤ ਪੈਦਾ ਕਰਦਾ ਹੈ, ਯਾਨੀ ਕਿ ਔਰ ਤਬੀਅਤ ਨੂੰ ਜਿਸ ਤਰ੍ਹਾਂ ਕਿ ਖੁਸ਼ ਰੱਖਦਾ ਹੈ। ਔਰ ਇਹ ਮਿਹਦੇ ਵਾਸਤੇ ਵੀ ਬੜੀ ਅੱਛੀ ਤੇ ਜ਼ਬਰਦਸਤ ਚੀਜ਼ ਹੈ। ਔਰ ਇਹਦਾ ਤਫੂਫ ਬਣਾਉਣ ਵਾਸਤੇ ਸਭ ਤੋਂ ਜਿਹੜਾ ਆਸਾਨ ਤਰੀਕਾ ਇਹ ਵੇ ਕਿ ਇਹਦਾ ਕੀੜਾ ਕੱਢ ਕੇ ਤੇ ਇਹਨੂੰ ਕੈਂਚੀ ਦੇ ਨਾਲ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟਿਆ ਜਾਵੇ। ਕੱਟਣ ਤੋਂ ਬਾਅਦ ਤੇ ਫਿਰ ਇਹਨੂੰ ਹਲਕਾ ਜਿਹਾ ਬਰਾਊਨ ਕੀਤਾ ਜਾਵੇ, ਯਾਨੀ ਕਿ ਇਹਨੂੰ ਤਵੇ ਤੇ ਜਾਂ ਕਿਸੇ ਤਰੀਕੇ ਦੇ ਨਾਲ ਨਾ ਹਲਕਾ ਜਿਹਾ ਬਰਾਊਨ ਕੀਤਾ ਜਾਵੇ। ਫਿਰ ਉਹਨੂੰ ਜਦੋਂ ਤੁਸੀਂ ਇਹਨੂੰ ਬਾਰੀਕ ਕਰੋਗੇ, ਪਾਊਡਰ ਬਣਾਓਗੇ, ਫਿਰ ਇਹਦਾ ਪਾਊਡਰ ਜਿਹੜਾ ਨਾ ਉਹ ਆਸਾਨੀ ਨਾਲ ਬਣ ਜਾਏਗਾ। ਵਰਨਾ ਇਹਦਾ ਪਾਊਡਰ ਜਿਹੜਾ ਨਾ ਬਹੁਤ ਮੁਸ਼ਕਿਲ, ਕਿਉਂਕਿ ਦੇਖੋ ਨਜ਼ਰ ਆ ਰਿਹਾ ਨਾ ਜਿਸ ਤਰ੍ਹਾਂ ਇੱਕ ਧਾਗਾ ਨਮਾ ਹੈ ਤੇ ਧਾਗੇ ਦਾ ਪਾਊਡਰ ਕੀ ਬਣੇਗਾ, ਲੇਕਿਨ ਬਣਾਉਣ ਦਾ ਤਰੀਕਾ ਵੀ ਤਾਂ ਅੱਲਾਹ ਤਾਲਾ ਨੇ ਵੀ ਬੰਦੇ ਨੂੰ ਅਕਲ ਦਿੱਤੀ ਹੈ। ਬਣਾਉਣ ਦੇ ਤਰੀਕੇ ਵੀ ਬਹੁਤ ਜ਼ਿਆਦਾ ਹੁੰਦੇ ਨੇ। ਤੇ ਦੇਖੋ ਇਹਦੇ ਵਿੱਚ ਕੀੜੇ ਦੇ ਖੜਕਣ ਦੀ ਆਵਾਜ਼ ਵੀ ਆਉਂਦੀ ਹੈ, ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਇਹਨੂੰ ਵਿੱਚੋਂ ਕੱਢ ਕੇ ਵੀ ਦਿਖਾਵਾਂਗਾ। ਜਿਹੜਾ ਕਹਿੰਦਾ ਸਾਡਾ ਸਾਰੀਆਂ ਜੜੀ ਬੂਟੀਆਂ ਦਾ ਮੁਕੰਮਲ ਨੁਸਖਾ, ਇਸ ਤੋਂ ਅਗਲੀ ਵੀਡੀਓ ਆਏਗੀ, ਉਹ ਤੁਸੀਂ ਦੇਖੋਗੇ। ਬੜੀ ਹੀ ਅੱਛੀ ਤੇ ਬੜੀ ਆਦਾ ਔਰ ਮੁਕੰਮਲ ਨੁਸਖਾ ਜੋ ਹੋਏਗਾ, ਜਿਹਦੇ ਵਿੱਚ ਇਨਹਲਰ ਪੰਪ ਜਿਹੜਾ ਸਾਹ ਵਾਲਾ ਉਹ ਇਨਸ਼ਾਅੱਲਾ ਇਸ ਦੇ ਇਸਤੇਮਾਲ ਦੇ ਨਾਲ ਖਤਮ ਹੋ ਜਾਏਗਾ, ਜਿਹੜਾ ਕਿ ਸਾਡਾ ਕਿ ਮੁਕੰਮਲ ਨੁਸਖਾ ਆ ਰਿਹਾ ਹੈ। ਜਿਹੜੀ ਤੁਹਾਨੂੰ ਇਸ ਦੀ ਇਨਫੋਰਮੇਸ਼ਨ ਦਿੱਤੀ, ਉਮੀਦ ਹੈ ਇਨਸ਼ਾਅੱਲਾ ਇਹ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ। ਇਹਨੂੰ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾਹ ਹਾਫਿਜ਼, अस्सलामु अलैकुम वरहमतुल्लाहि वबरकातुहू।